ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਕਦੇ ਕਦੇ ਇਹ ਤੁਸੀਂ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ ਕਿਰਪਾ ਸਦਾ ਨਹੀਂ ਰਹਿ ਰਹੀ। ਸਦਾ ਕਿਉਂ ਨਹੀਂ ਰਹਿੰਦੀ ਕਿਰਪਾ? ਜਿਸ ਵੀ ਪਿਆਰੀ ਰੂਹ ਨੇ ਕਦੇ ਨਿਤਨੇਮ ਨੂੰ ਮਾਣਿਆ ਹੋਊਗਾ, ਸਿਮਰਨ ਨੂੰ ਮਾਣਿਆ ਹੋਊਗਾ, ਸਹਿਜ ਪਾਠ ਨੂੰ ਮਾਣਿਆ ਹੋਊਗਾ, ਕੀਰਤਨ ਨੂੰ ਮਾਣਿਆ ਹੋਊਗਾ, ਚਾਹੇ 2 ਸੈਕਿੰਡ ਲਈ ਹੀ, ਉਹਨੂੰ ਇਹ ਗੱਲ ਜ਼ਰੂਰ ਮਹਿਸੂਸ ਹੋਈ ਹੋਊਗੀ ਕਿ ਕਿਰਪਾ ਸਦਾ ਕਿਉਂ ਨਹੀਂ ਰਹਿੰਦੀ। ਕਿਉਂ ਐਡੇ ਐਡੇ ਲੰਬੇ ਵਿਛੋੜੇ ਪੈ ਰਹੇ ਨੇ? ਜ਼ੁਬਾਨ ਬੋਲੀ ਜਾ ਰਹੀ ਆ, ਧਿਆਨ ਹੈ ਹੀ ਨਹੀਂ। ਕਿਉਂ ਉਹ ਵਾਹਿਗੁਰੂ ਸਭ ਕੁਝ ਠੀਕ ਕਿਉਂ ਨਹੀਂ ਕਰ ਦਿੰਦਾ? ਕਿਉਂ ਸਾਡਾ ਧਿਆਨ ਨਹੀਂ ਲੱਗਦਾ? ਕਿਉਂ ਮਨ ਰਹਿੰਦਾ ਨਹੀਂ ਆਪਣੇ ਘਰ 'ਚ? ਕਿਉਂ ਸਦਾ ਨਹੀਂ ਰਹਿੰਦਾ? ਕਦੇ ਦਿਨ 'ਚ ਇੱਕ ਵਾਰੀ ਆ ਗਿਆ, ਕਦੀ ਹਫ਼ਤੇ ਹੀ ਲੰਘ ਜਾਂਦੇ ਆ, ਦਿਨ ਮਹੀਨੇ, ਕਈ ਵਾਰ ਤੇ ਸਾਲ ਹੀ ਲੰਘ ਜਾਂਦੇ ਆ। ਕਿਉਂ ਵਿਛੋੜੇ ਪੈਂਦੇ ਆ? ਜ਼ਰੂਰ ਦਿਮਾਗ 'ਚ ਆਈ ਹੋਊਗੀ ਗੱਲ। ਫਿਰ ਇਹ ਰੂਹ ਜਿਹੜੀ ਆ, ਕਿਉਂਕਿ ਬਾਣੀ ਤਾਂ ਉਹਨੇ ਪੜ੍ਹੀ ਹੁੰਦੀ ਆ, ਜਦੋਂ ਬਾਣੀ ਦੀਆਂ ਪੰਕਤੀਆਂ ਪੜ੍ਹਦੀ ਆ, ਜਿੱਦਾਂ ਤੁਧ ਆਪ ਵਿਛੋੜਿਆ ਆਪ ਮਿਲਾਇਆ, ਮਤਲਬ ਆਪ ਹੀ ਵਿਛੋੜਦਾ ਆ, ਆਪ ਹੀ ਮਿਲਾਉਂਦਾ ਆ। ਜਦੋਂ ਇਹ ਪੜ੍ਹਦੀ ਆ ਫਿਰ ਉਹਨੂੰ ਲੱਗਦਾ ਕਿ ਮੇਰੇ ਵੱਸ 'ਚ ਤਾਂ ਕੁਛ ਹੈ ਹੀ ਨਹੀਂ, ਹੈ ਨਾ। ਵੱਸ 'ਚ ਤਾਂ ਉਹਦੇ ਆ। ਉਹ ਜਦੋਂ ਚਾਹੁੰਦਾ ਆ ਮੇਰੇ 'ਤੇ ਮਿਹਰ ਕਰ ਦਿੰਦਾ ਆ, ਜਦੋਂ ਨਹੀਂ ਚਾਹੁੰਦਾ ਉਦੋਂ ਨਹੀਂ ਕਰਦਾ। ਪਰ ਕੀ ਅਸੀਂ ਆਪਣਾ ਆਪ ਦੇਖਿਆ ਆ? ਕਿਤੇ ਸਾਡੇ ਤੋਂ ਤਾਂ ਨਹੀਂ ਕੋਈ ਗਲਤੀ ਹੋ ਰਹੀ? ਪਿਆਰੇ ਹੋਏ, ਜਿਹੜੀਆਂ ਪੰਕਤੀਆਂ ਨਾ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਜਾਂ ਉਹ ਪੰਕਤੀਆਂ ਜਿੱਥੇ ਹਰ ਚੀਜ਼ ਵਾਹਿਗੁਰੂ ਦੀ ਮਰਜ਼ੀ ਦੇ ਅਨੁਸਾਰ ਹੋ ਰਿਹਾ, ਉਹ ਉਹਨਾਂ 'ਤੇ ਨਹੀਂ ਲੱਗ ਸਕਦਾ ਜਿਹਦੇ ਕੋਲ ਸਤਿਗੁਰੂ ਆ। ਜਿਹੜਾ ਗੁਰਮਤਿ 'ਚ ਆ ਨਾ, ਉਹਦਾ ਮਤਲਬ ਕੀ ਆ? ਜਿਹਨੂੰ ਗੁਰੂ ਮਿਲ ਗਿਆ, ਜਿਹਨੂੰ ਉਸ ਵਾਹਿਗੁਰੂ ਨੇ ਗੁਰੂ ਨਾਲ ਮਿਲਾ ਦਿੱਤਾ ਨਾ, ਇਹਦਾ ਮਤਲਬ ਕੀ ਆ? ਜੇ ਤੁਹਾਡਾ ਗੁਰੂ ਸੱਚਾ ਆ, ਗੁਰੂ ਪੂਰਨ ਆ, ਜੇ ਫਿਰ ਵੀ ਵਿਛੋੜੇ ਪੈ ਰਹੇ ਨੇ, ਫਿਰ ਕੀ ਮਤਲਬ ਆ? ਫਿਰ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕਸੂਰ ਸਾਡਾ ਆ। ਉਹਨੇ ਤਾਂ ਗੁਰੂ ਮਿਲਾਇਆ, ਉਹਨੇ ਸਭ ਕੁਛ ਕੀਤਾ ਜੋ ਤੇਰੇ ਲਈ ਸਹੀ ਸੀ। ਗੁਰੂ ਦਾ ਮਿਲਣਾ ਕੋਈ ਛੋਟੀ ਗੱਲ ਹੈ? ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਪੀ ਅੰਧਲੇ ਕਰਮ ਕਰੇਨ। ਸਾਡਾ ਗੁਰੂ ਤਾਂ ਪੂਰਾ ਆ, ਸਾਡਾ ਗੁਰੂ ਤਾਂ ਸਮਰੱਥ ਆ। ਫਿਰ ਵੀ ਜੇ ਵਿਛੋੜੇ ਪੈ ਰਹੇ ਨੇ, ਫਿਰ ਸੱਚ ਜਾਣਿਓ, ਫਿਰ ਗਲਤੀ ਸਾਡੀ ਆ ਕੋਈ ਨਾ ਕੋਈ, ਤੇ ਉਹ ਸਾਨੂੰ ਲੱਭਣੀ ਪੈਣੀ ਆ। ਵਿਛੋੜਾ ਜੇ ਪੈ ਰਿਹਾ ਆ, ਜੇ ਨਹੀਂ ਮਨ ਟਿਕਦਾ, ਮਾਇਆ 'ਚ ਗਲਤਾਨ ਹੋ ਰਿਹਾ ਹੈ, ਤਾਂ ਕਿਤੇ ਨਾ ਕਿਤੇ ਸਾਡੇ ਵੱਲੋਂ ਘਾਟ ਹੋ ਰਹੀ ਆ। ਅਸੀਂ ਨਹੀਂ ਮੰਨੀ ਹੋਊਗੀ ਗੁਰੂ ਦੀ ਗੱਲ, ਹੈ ਨਾ। ਆਪਣੇ ਆਪ ਨੂੰ ਖੋਜਣ ਦੀ ਲੋੜ ਆ। ਜੇ ਅਸੀਂ ਢੇਰੀ ਢਾਹ ਕੇ ਬਹਿ ਜਾਈਏ ਕਿ ਜਦੋਂ ਉਹ ਦਊਗਾ ਉਦੋਂ ਹੀ ਲਵਾਂਗੇ, ਹੈ ਨਾ, ਠੀਕ ਆ, ਹਰ ਗੱਲ ਕਿਰਪਾ 'ਤੇ ਖੜੀ ਆ, ਕਿਰਪਾ ਹੋਊਗੀ। ਪਰ ਸਭ ਤੋਂ ਵੱਡੀ ਕਿਰਪਾ ਇਹੀ ਆ ਕਿ ਉਹਨੇ ਤੁਹਾਨੂੰ ਗੁਰੂ ਦੇ ਦਿੱਤਾ।
तिनको क्या उपदेसीए जिन गुरु नानक देओ। जिन्हां दा गुरु नानक आ उन्हां नूं ते कुछ दस्सण दी लोड़ ही नहीं पैनी चाहीदी। जिन्हां कोल गुरु नानक है उन्हां कोल तां सब कुछ है। फिर घाट कित्थे पै रही? वो शेक लभो, कित्थे शेक आ जिथों सब कुछ तुहाडा कमाया खट्टिया चोरी हो रहा। गुरु नानक की कह रहा? गुरु तो कह रहा अमृत सदा वरसदा, बूझण बूझणहार। बुझदे ओही आ जिहड़े इहदे लायक ने। गुरु तो कह रहा रतन जवेहर लाल हर नामा, गुर काढ़ तली दिखलाया। भागहीन मन मुख नहीं लिया, तृण उल्ले लाख छुपाया। गुरु तो सदा ही दिखा रहा नाम वल दा रस्ता। असी नहीं लै रहे। क्यों नहीं लै रहे? फिर किते ना किते तो साडी गलती जरूर होगी। किते ना किते असी उहदी गल नूं इग्नोर किया होगा। गुरु नूं धारण करन दा की मतलब है? गुरु दी गल मनना ही गुरु नूं मनना है ना। जे असी गुरु दी गल नहीं मनदे फिर तुसी किन्ना भी मत्थे टेको, किन्नी भी बाणी पढ़ लो, गुरु ने खुश नहीं होना। गुरु दी गल मन के देखिए, नितनेम दे विच इन्ने खजाने, इन्ने सवालों के जवाब ने। थोड़ा थोड़ा उन्हां वल आओ ध्यान देइए, फिर समझ आऊगी क्यों एक गैप पैंदे। कई दिन मन नहीं लगता। ठीक है बाणी पढ़ते रहंदे आ पर वो गल नहीं बनती। क्यों नहीं बनती? किते ना किते असी रहत च नहीं रहे हुंदे। किते ना किते असी उहदी गल नहीं मनी जिहदे असी सिੱਖਿਆ ना, असी उहदी गल नहीं मनी हुंदी कदे ना कदे। सो खोजना है अपने आप नूं कि मेरे तो गलती किहड़ी हो रही। भावें कापी पैन लैके बहना पवे खुद ते वर्क करन लई, कोई गल नहीं। पूरे दिन दी शुरुआत तो देखो कि मैं केस रहत दे विच ढिला रहा हाँ। नितनेम चों ही देख लो गुरु की कह रहा, अमृत वेला सच नाओ वड्याई विचार। मेरे तो मिस तो नहीं होया किते। गुरु कह रहा चौथे पहर सबा कै सुरतियां उपजै चाओ। चौथा पहर मतलब अमृत वेला। चौथे पहर सबा कै सुरतियां उपजै चाओ। गुरु तो कह रहा तू उठ, तेरे अंदर चाओ पैदा होगा। इन्ने साल बीत गए तू ये कहंदा रहा मेरे च चाओ नहीं पैदा हो रहा। गुरु तेनू तरीका दस रहा। चौथे पहर सबा कै सुरतियां उपजै चाओ। उठ जप के देख, अपनी मेहनत कर। फिर अगे चलते हैं आनंद साहब दे विच किन्नियां गुरु साहब गल्लां दस रहे। आनंद साहब इन्ना आनंद दा भंडार है ना, एक एक तुक हिरदे दे विच जिवें चोट कर दिया। चाहे किन्नी वारी भी पढ़ी जाओ, इदां लगदा पहली बार पढ़ रहे हैं।
सोचो, अपने आप नूं खोजो, मैं की हाँ। मैं एक रूह हाँ जिहड़ी इस बक्से च बंद हाँ, ते मैं इस बक्से राहीं किते कोई विकार तो नहीं कमा रही, क्योंकि मेरा गुरु तो कह रहा, ए नेत्रो मेरे हो हर तुम मैं जोत तरी, हर बिन अवर ना देखो कोई। गुरु समझा रहा, गुरु कह रहा, हर बिन अवर ना देखो कोई। गुरु तो बिना कुछ होर तो नहीं देख लिया कि तेरियां अखां कोई कूड़ तो नहीं देख रही। ये जो हथ च फड़िया है फोन, कि ये मेरी रहत दे दायरे च आ या ये तो कोई कुरैत हो रही, कि मेरिया अखां ने कुछ ऐसा तो नहीं देखा जिहदे च वाहिगुरु आप नहीं, जिहदे च नाम नहीं, कुछ ऐसा तो नहीं देखते जिस करके ये बंधन पै रहे आ, जिस करके विछोड़े हो रहे आ। गुरु दी गल याद रखनी आ, हर बिन अवर ना देखो कोई, ये याद रखनी है गल। जे गल नहीं मनोगे तो फिर डिगांगे। तुसी गल मन के तो देखो, वाहिगुरु वाहिगुरु वाहिगुरु। फिर अगे की कह रहे, अगलियां तुक्कां या हो सकता पहला भी होण, आनंद साहब च भंडार आ। फिर कन्ना नूं कह रहे, ए सरवण मेरे हो सच है सुनने नो पठाए। सच सुनन लई तेनू लाया आ, हे मेरे कन्नो सरवण मेरे हो, मतलब कन्ना नूं कह रही है रूह। भी सच सुनने नूं पठाए, सच सुनन लई तेनू पैदा किया है, कन्ना नूं कह रही। ते सच की आ? सच नाम है, सतनाम, एक ओंकार सतनाम, नाम ही सच्चा है ना। फिर नाम तो बिना होर कुछ नहीं सुनना। गंधन वैण रता हितकारी, शब्द सुरत ना आई। गंधन वैण मतलब हर ओ तुक, हर ओ गीत जिस च नाम नहीं, जिस च वाहिगुरु नहीं, जे तू वो सुन रहा है फिर शब्द है शांत ना आई, शब्द है सुरत ना आई। इसे करके गुरु साहब कह रहे, ये सरवण मेरे हो सच है सुनने नो पठाए। किसी दी चुगली तो नहीं सुनदा, गंदे गंदे गीत तो नहीं सुनदा, किसी दी बुराई तो नहीं सुनदा। खोज कित्थे गलती हो रही, कन्ना तो हो रही, अखां तो हो रही, जुबान तो हो रही। चलो जुबान बेचारी दा की दोष है, जो मन च आ जुबान ने तो ऑर्डर मनना है, जो मन च जुबान ने बोलना है ना। हाँ, जुबान दा एक रस जरूर है, जो ये भोजन तो रस लेंदी। सारा दिन खाण पीण चीज़ें निकल रहा है ते वाहिगुरु वल ध्यान नहीं आ, वो भी घाटा पै रहा। पर प्यारे असली चीज़ जिहड़ी है ना, वो तुसी जो देखते हो ना, वो तुहाडे अंदर जा रहा, ते जो तुहाडे अंदर है वो फिर बाहर आ रहा, वो फिर तुहाडे कर्म बनते आ।
ਲੇਖੇ ਬਣਦੇ ਆ, ਫਿਰ ਅਸੀਂ ਪਛਤਾਉਂਦੇ ਹਾਂ। ਇੱਕ ਗੱਲ ਯਾਦ ਰੱਖਿਓ, ਤੁਸੀਂ ਇਹਨਾਂ ਅੱਖਾਂ ਨਾਲ ਕੁਛ ਵੀ ਦੇਖਦੇ ਹੋ ਨਾ, ਕੁਛ ਵੀ ਦੇਖਦੇ ਹੋ, ਉਹ ਜਾਂ ਤੇ ਕਰਮ ਬਣੂਗਾ, ਭਾਵ ਲੇਖਾ ਬਣੂਗਾ। ਤੁਸੀਂ ਜੋ ਦੇਖਦੇ ਹੋ ਨਾ, ਤੁਹਾਨੂੰ ਪਤਾ ਉਹ ਲੇਖਾ ਬਣਦਾ। ਜੇ ਇਹ ਅੱਖਾਂ ਕਿਸੇ ਇਸਤਰੀ ਵੱਲ ਬੁਰੀ ਨਿਗਾਹ ਨਾਲ ਦੇਖ ਰਹੀਆਂ ਤਾਂ ਉਹ ਲੇਖਾ ਬਣ ਰਿਹਾ। ਗੁਰੂ ਕੀ ਕਹਿ ਰਿਹਾ, ਹਰ ਬਿਨ ਔਰ ਨਾ ਦੇਖੋ ਕੋਈ। ਤੂੰ ਰੂਪ ਦੇਖ ਰਿਹਾ, ਆਪਣੇ ਵਿਕਾਰ ਪੂਰੇ ਕਰ ਰਿਹਾ, ਤੇ ਲੇਖਾ ਬਣੂਗਾ ਤੇਰਾ। ਇੱਦਾਂ ਹੀ ਜੋ ਅਸੀਂ ਸੁਣ ਰਹੇ ਹਾਂ, ਕਿਸੇ ਦੀ ਬੁਰਾਈ ਸੁਣ ਰਹੇ ਹਾਂ, ਕਿਸੇ ਦੀ ਨਿੰਦਿਆ ਸੁਣ ਰਹੇ ਹਾਂ, ਜਾਂ ਐਵੇਂ ਹੀ ਬਸ ਕੋਈ ਆ ਗਿਆ ਤੁਹਾਨੂੰ ਗੱਲਾਂ ਸੁਣਾਉਣ, ਕਿਸੇ ਦੀ ਬੁਰਾਈ ਦੱਸਣ, ਅਤੇ ਤੁਹਾਡਾ ਦਿਲ ਲੱਗ ਰਿਹਾ ਉੱਥੇ, ਹੈ ਨਾ। ਤੁਹਾਨੂੰ ਇੱਦਾਂ ਲੱਗ ਰਿਹਾ ਕਿ ਹਾਂ ਐਂਟਰਟੇਨਮੈਂਟ ਤਾਂ ਇਹੀ ਆ। ਬੜਾ ਤੁਹਾਨੂੰ ਅੰਦਰੋਂ ਫੀਲ ਹੁੰਦਾ, ਆਕਸੀਜਨ ਮਿਲਦੀ ਹੈ ਰੂਹ ਨੂੰ ਜਦੋਂ ਕਿਸੇ ਦੀ ਕੋਈ ਗੱਲ ਸੁਣਾਉਂਦਾ, ਫਲਾਣੇ ਦੇ ਆਹ ਹੋ ਗਿਆ, ਫਲਾਣੇ ਦੇ ਉਹ ਹੋ ਗਿਆ। ਇਹ ਸਭ ਕੀ ਆ? ਕੰਨ ਰਸ ਆ, ਝੂਠਾ ਰਸ। ਗੁਰੂ ਕੀ ਕਹਿ ਰਿਹਾ? ਗੁਰੂ ਕਹਿ ਰਿਹਾ, ਸੱਚ ਹੈ ਸੁਣਨੇ ਨੂੰ ਪਠਾਏ। ਜੋ ਤੂੰ ਸੁਣ ਰਿਹਾ ਆ, ਕੀ ਉਹ ਸੱਚਾ ਆ? ਕੀ ਉਹ ਨਾਮ ਆ? ਸਤਨਾਮ ਆ? ਕੀ ਉਹ? ਜਾਂ ਐਵੇਂ ਕਿਸੇ ਦੀ ਬੁਰਾਈ, ਕਿਸੇ ਦੇ ਜੀਵਨ 'ਚ ਕੀ ਹੋ ਰਿਹਾ ਤੂੰ ਉਹ ਸੁਣ ਰਿਹਾ? ਜੇ ਸੁਣ ਰਿਹਾ ਤੇ ਤੇਰੇ ਕਰਮ ਬਣ ਰਿਹਾ। ਦੋ ਹੀ ਚੀਜ਼ਾਂ ਹੁੰਦੀਆਂ, ਜਾਂ ਤੇ ਕੁਛ ਤੁਹਾਡੀ ਸੰਗਤ ਬਣਦੀ ਆ, ਜਾਂ ਉਹ ਲੇਖਾ ਬਣਦਾ। ਕੰਨਾਂ ਤੋਂ ਬਾਣੀ ਸੁਣੋਗੇ ਤਾਂ ਸੰਗਤ ਬਣਦੀ ਜਾ ਰਹੀ ਆ, ਬਣਦੀ ਜਾ ਰਹੀ ਆ, ਬਣਦੀ ਜਾ ਰਹੀ ਆ। ਕੰਨਾਂ ਤੋਂ ਕਿਸੇ ਦੀ ਬੁਰਾਈ ਸੁਣੋਗੇ ਤਾਂ ਲੇਖਾ ਬਣਦਾ। ਫਿਰ ਇਹਦੇ ਦੋ ਅੱਗੇ ਇਹਦੇ ਰਾਹ ਖੁੱਲ੍ਹਦੇ ਆ। ਇੱਕ ਰਾਹ ਇਹ, ਰਾਹ ਤੋਂ ਭਾਵ ਦੋ ਚੀਜ਼ਾਂ ਹੁੰਦੀਆਂ ਤੁਹਾਡੇ ਨਾਲ। ਇੱਕ ਤਾਂ ਅੰਦਰ ਕੂੜ ਭਰਦਾ ਜਾ ਰਿਹਾ ਨਾਲੋਂ ਨਾਲ। ਇਸ ਕੂੜ ਨੇ ਤੁਹਾਨੂੰ ਬਾਣੀ ਨਹੀਂ ਪੜ੍ਹਨ ਦੇਣੀ, ਪੜ੍ਹਨ ਵੀ ਦਊਗਾ ਤੇ ਮਨ ਨਹੀਂ ਲੱਗਣਾ, ਕਿਉਂਕਿ ਅੰਦਰ ਇਹ ਹਿਰਦਾ ਆ। ਇਹਦੇ 'ਚ ਇੰਨੀ ਜਗ੍ਹਾ ਨਹੀਂ ਆ ਜਿੰਨੀ ਤੁਸੀਂ ਸਮਝਦੇ ਹੋ। ਬਹੁਤ ਘੱਟ ਜਗ੍ਹਾ ਇਹਦੇ 'ਚ, ਤੁਸੀਂ ਭਰ ਲੈਂਦੇ ਹੋ ਉੱਪਰ ਤੱਕ। ਕਿਸੇ ਦੀ ਨਿੰਦਿਆ ਸੁਣ ਲਈ, ਕਿਸੇ ਦਾ ਕੁਛ ਸੁਣ ਲਿਆ, ਉਹ ਭਰਦਾ ਜਾਂਦਾ। ਵਿਚਾਰੇ ਨਾਮ ਲਈ ਜਗ੍ਹਾ ਹੀ ਨਹੀਂ ਰਹਿੰਦੀ। ਜਿੰਨਾ ਹੋ ਸਕੇ ਘੱਟ ਸੁਣੋ ਲੋਕਾਂ ਦੀਆਂ ਗੱਲਾਂ, ਐਵੇਂ ਫਾਲਤੂ ਲਫੜੇ। ਕੋਈ ਕੀ ਕਰ ਰਿਹਾ, ਤੁਸੀਂ ਕੀ ਲੈਣਾ? ਅਗਲੇ ਦਾ ਆਪਣਾ ਲੇਖਾ। ਲੋੜ ਹੀ ਨਹੀਂ ਫਾਲਤੂ ਗੱਲਾਂ 'ਚ ਪੈਣ ਦੀ। ਗੁਰੂ ਦੀ ਗੱਲ ਯਾਦ ਰੱਖਣੀ ਹੈ ਕਿ ਜੋ ਮੈਂ ਸੁਣ ਰਿਹਾ ਉਹ 'ਚ ਨਾਮ ਹੈ ਜਾਂ ਕਿਸੇ ਦੀ ਬੁਰਾਈ ਆ। ਕਿਸੇ ਬੁਰੇ ਦੀ ਵੀ ਬੁਰਾਈ ਨਹੀਂ ਸੁਣਨੀ, ਇਹ ਨਾਮ ਆ। ਜਦੋਂ ਤੁਸੀਂ ਇਹਨਾਂ ਛੋਟੀਆਂ ਬੇਸਿਕ ਗੱਲਾਂ ਤੋਂ ਉੱਪਰ ਉੱਠ ਜਾਓਗੇ ਨਾ, ਜਦੋਂ ਤੁਸੀਂ ਕਰਕੇ ਦੇਖਿਓ ਥੋੜ੍ਹਾ ਇਹਨਾਂ ਗੱਲਾਂ ਦੇ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਕਰਕੇ ਦੇਖਿਓ ਤੁਹਾਨੂੰ ਇੰਨਾ ਸਕੂਨ ਮਿਲਣਾ, ਇੰਨਾ ਸਕੂਨ। ਤੁਸੀਂ ਕਹਿਣਾ ਕਿ ਮੈਂ ਕਿਉਂ ਆਪਣਾ ਜੀਵਨ ਬਰਬਾਦ ਕੀਤਾ ਇਹਨਾਂ ਗੱਲਾਂ 'ਚ। ਕਿਸੇ ਦੀ ਬੁਰਾਈ ਸੁਣਨੋਂ ਹਟ ਕੇ ਦੇਖਿਓ, ਬਹੁਤ ਸਕੂਨ ਮਿਲਣਾ ਤੁਹਾਨੂੰ। ਤੁਸੀਂ ਆਪਣੇ ਆਪ ਨੂੰ ਖੋਜਣ ਲੱਗ ਜਾਣਾ ਕਿ ਯਾਰ ਇੰਨਾ ਸਕੂਨ ਮੈਨੂੰ ਕਿਤੇ ਨਹੀਂ ਮਿਲਿਆ ਜਿੰਨਾ ਆਪਣੇ ਆਪ 'ਚ ਰਹਿ ਕੇ ਮਿਲਿਆ। ਸੋ ਇਹ ਬੇਸਿਕ ਚੀਜ਼ਾਂ ਨੇ। ਫਿਰ ਗੁਰੂ ਹੋਰ ਬਹੁਤ ਕੁਛ ਕਹਿੰਦਾ। ਹੁਣ ਮੰਨ ਲਓ ਤੁਸੀਂ ਕੁਛ ਨਹੀਂ ਸੁਣਦੇ ਫਾਲਤੂ, ਕੁਛ ਨਹੀਂ ਦੇਖਦੇ ਫਾਲਤੂ,
ਗੁਰਮਤ 'ਚ ਰਹਿਣਾ ਸ਼ੁਰੂ ਕਰ ਦਿੱਤਾ, ਨਿਤਨੇਮ 'ਚ ਧਿਆਨ ਲੱਗਣ ਲੱਗ ਗਿਆ। ਉੱਠਦੇ ਬੈਠਦੇ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ, ਜਪਦੇ ਹੋ, ਵਿੱਚ ਸਹਿਜ ਪਾਠ ਕਰਦੇ ਹੋ। ਤੁਹਾਡੀ ਬਿਰਤੀ ਸਦਾ ਹੀ ਆਨੰਦ 'ਚ ਰਹਿਣ ਲੱਗ ਜਾਂਦੀ ਆ। ਕਦੀ ਲੱਗਦਾ ਹੀ ਨਹੀਂ ਕਿ ਧਿਆਨ ਕਿਤੇ ਹੋ ਰਿਹਾ। ਫਿਰ ਇਹਦੇ ਨਾਲ ਇੱਕ ਹੋਰ ਫਾਇਦਾ ਹੁੰਦਾ, ਜੋ ਗਲਤੀਆਂ ਤੁਸੀਂ ਪਿੱਛੇ ਕਰ ਆਏ ਹੋ ਆਪਣੇ ਜੀਵਨ ਦੇ ਵਿੱਚ, ਉਹ ਅੱਗੇ ਹੁਣ ਹਟ ਜਾਂਦੀਆਂ। ਕਦੀ ਅਸੀਂ ਦੇਖਦੇ ਹਾਂ ਨਾ, ਖਾਸ ਕਰਕੇ ਜਿਹੜੇ ਅਜੇ ਇਸ ਰਾਹ 'ਤੇ ਨਵੇਂ ਨੇ, ਉਹਨਾਂ ਨਾਲ ਇੱਦਾਂ ਹੁੰਦਾ ਹੈ ਕਿ ਐਵੇਂ ਪੁਰਾਣੀਆਂ ਗੱਲਾਂ ਯਾਦ ਆਈ ਜਾਣੀਆਂ, ਹੈ ਨਾ। ਆਉਣੀਆਂ ਵੀ ਉਦੋਂ ਜਦੋਂ ਪਾਠ ਕਰਨਾ, ਜਾਂ ਬਸ ਮਨ ਸਟੇਬਲ ਨਹੀਂ, ਕਦੀ ਫਿਊਚਰ ਦੀ ਚਿੰਤਾ, ਕਦੀ ਪਿੱਛੇ ਦੀ ਚਿੰਤਾ ਜੋ ਕਰ ਆਏ ਹਾਂ। ਚਿੰਤਾ ਵੀ ਨਹੀਂ, ਬਸ ਧਿਆਨ ਉੱਧਰ ਆ। ਇਹ ਕਿਉਂ ਹੋ ਰਿਹਾ? ਕਿਉਂਕਿ ਖੁਦ ਨਾਲ ਕਨੈਕਟਡ ਨਹੀਂ ਆ। ਜਦੋਂ ਬਾਣੀ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਆ, ਜਦੋਂ ਤੁਸੀਂ ਵਾਹਿਗੁਰੂ ਬੋਲਦੇ ਹੋ ਅਤੇ ਅੰਦਰੋਂ ਤੁਹਾਨੂੰ ਇੱਕ ਸ਼ਾਬਾਸ਼ੀ ਮਿਲਣੀ ਸ਼ੁਰੂ ਹੁੰਦੀ ਆ, ਹੈ ਨਾ। ਵਾਹਿਗੁਰੂ ਬੋਲਣਾ ਕੀ ਆ? ਜਿੱਦਾਂ ਇੱਕ ਡਿਲੀਟ ਬਟਨ ਹੋਵੇ ਕਿ ਜਿਉਂ ਬੋਲਦੇ ਜਾ ਰਹੇ ਹੋ ਤਿਉਂ ਅੰਦਰੋਂ ਸਭ ਕੁਛ ਡਿਲੀਟ ਹੁੰਦਾ ਜਾ ਰਿਹਾ, ਹੈ ਨਾ। ਹੁਣ ਜਪਜੀ ਸਾਹਿਬ ਦੇ ਵਿੱਚ ਕਿੰਨੀਆਂ, ਜਦੋਂ ਵੀ ਤੁਸੀਂ ਸਿਮਰਨ ਕਰਨਾ ਨਾ, ਤੇ ਸਿਮਰਨ ਕਦੋਂ ਕਰਨਾ, ਚਲੋ ਇਸ ਗੱਲ 'ਤੇ ਮੈਂ ਫਿਰ ਆਊਂਗਾ ਕਿ ਉਦੋਂ ਕੀ ਕਰਨਾ। ਵਾਹਿਗੁਰੂ, ਮੰਨ ਲਓ ਅੰਮ੍ਰਿਤ ਵੇਲਾ ਹੋ ਗਿਆ, ਤੁਸੀਂ ਨਾਮ ਜਪ ਲਿਆ, ਬਾਣੀ ਪੜ੍ਹ ਲਈ, ਕੰਮ ਕਾਰ ਦਾ ਟਾਈਮ ਆ ਗਿਆ। ਵਿਹਲੇ ਨਹੀਂ ਰਹਿਣਾ। ਜੇ ਤਾਂ ਕੰਮ ਕੋਈ ਐਸਾ ਹੈ ਤੁਹਾਡਾ ਜਿਹੜਾ ਦਿਮਾਗੀ ਨਹੀਂ ਆ, ਖੂਬ ਜਪੋ, ਚਾਹੇ ਬਾਣੀ ਪੜ੍ਹ ਲਓ। ਬਾਣੀ ਦਾ ਨਿਰਾਦਰ ਕਦੇ ਨਹੀਂ ਹੁੰਦਾ। ਜੇ ਕਿਸੇ ਕੰਮ ਕਾਰ 'ਚੋਂ ਬੂਟ ਪਾਏ ਆ, ਕੋਈ ਗੱਲ ਨਹੀਂ, ਸ਼ਬਦ ਦੀ ਸਾਂਝ ਆਓ। ਮੰਨ ਲਓ ਬਾਣੀ ਪੜ੍ਹ ਰਹੇ ਹਾਂ, ਵਿੱਚ ਕੋਈ ਬੁਲਾ ਰਿਹਾ, ਰੁਕ ਜਾਓ। ਹੁਣ ਮੈਨੂੰ ਪਤਾ ਹੈ ਕਿ ਮੈਂ ਇੱਥੇ ਹਾਂ, ਸੁਣਿਆ ਸਿੱਧ ਪੀਰ ਸੁਰਨਾਥ, ਕਿਸੇ ਨੇ ਬੁਲਾ ਲਿਆ ਤਾਂ ਰੁਕ ਜਾਓ, ਨੋਟ ਕਰ ਲਓ। ਹਾਂ, ਆਪਣੀ ਸੁਰਤ ਦੇ ਵਿੱਚ ਨੋਟ ਕਰ ਲਓ ਕਿ ਹਾਂ ਮੈਂ ਇੱਥੇ ਸੀ। ਹੁਣ ਜਦੋਂ ਇਹ ਕੋਈ ਗੱਲ ਬੰਦ ਕਰੂਗਾ ਤਾਂ ਮੈਂ ਇੱਥੋਂ ਹੀ ਸ਼ੁਰੂ ਹੋ ਜਾਣਾ। ਫਿਰ ਸ਼ੁਰੂ ਹੋ ਜਾਓ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਵਲਾ ਆਕਾਸ਼। ਜਪਜੀ ਸਾਹਿਬ ਅਤੇ ਸਿਮਰਨ ਜਿਹੜਾ ਹੈ ਨਾ, ਇਹ ਖਜ਼ਾਨਾ ਹੈ, ਖਜ਼ਾਨਾ। ਇਹ ਪਾਰ ਲਾ ਦੇਣਾ ਇਹਨੇ। ਜਪਜੀ ਸਾਹਿਬ ਦਾ ਅਤੇ ਸਿਮਰਨ ਦਾ ਬਹੁਤ ਗੂੜਾ ਸੰਬੰਧ ਆ। ਫਿਰ ਮੰਨ ਲਓ ਕੋਈ ਐਸੀ ਸਿਚੁਏਸ਼ਨ ਆ ਜਿੱਥੇ ਕੁਛ ਹੋਰ ਦਿਮਾਗੀ ਕੰਮ ਆ, ਉੱਥੇ ਤੁਸੀਂ ਬਾਣੀ ਨਹੀਂ ਪੜ੍ਹ ਪਾਓਗੇ, ਕਿਉਂਕਿ ਬਾਣੀ ਲਈ ਥੋੜ੍ਹੀ ਕੌਨਸਨਟ੍ਰੇਸ਼ਨ ਚਾਹੀਦੀ ਹੁੰਦੀ ਆ। ਮੰਨ ਲਓ ਬਾਣੀ ਨਹੀਂ ਉੱਥੇ ਪੜ੍ਹ ਸਕਦੇ, ਫਿਰ ਤੁਸੀਂ ਸਿਮਰਨ ਕਰੋ। ਵਾਹਿਗੁਰੂ ਤਾਂ ਕਿਸੇ ਵੀ ਕੰਮ 'ਚ ਹੋ ਸਕਦਾ। ਕੋਈ ਰੇਅਰ ਕੰਮ ਐਸੇ ਹੁੰਦੇ ਜਿੱਥੇ ਬਹੁਤ ਜ਼ਿਆਦਾ ਸਾਡਾ ਦਿਮਾਗ ਚਾਹੀਦਾ ਹੁੰਦਾ, ਉੱਥੇ ਨਹੀਂ ਹੋ ਪਾਉਂਦਾ, ਪਰ ਮੋਸਟ ਆਫ ਦਾ ਟਾਈਮ ਅਸੀਂ ਕਰ ਸਕਦੇ ਹਾਂ। ਅਤੇ ਜਦੋਂ ਵੀ ਸਿਮਰਨ ਕਰਨਾ, ਜਪਜੀ ਸਾਹਿਬ ਨੂੰ ਪੁੱਛਣਾ ਆ ਕਿ ਕਿਵੇਂ ਕਰਨਾ, ਅੰਦਰ ਚਾਅ ਪੈਦਾ ਹੋਊਗਾ। ਜਦੋਂ ਸਿਮਰਨ ਕਰਨਾ ਆ, ਵਾਹਿਗੁਰੂ 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 ਵਾਹਿਗੁਰੂ। ਅਤੇ ਜਦੋਂ ਅਸੀਂ ਕਰ ਰਹੇ ਹੋਵਾਂਗੇ ਨਾ, ਉਦੋਂ ਜਪਜੀ ਸਾਹਿਬ ਦੀਆਂ ਤੁਕਾਂ ਯਾਦ ਕਰਿਓ ਕਿ ਮੇਰਾ ਗੁਰੂ ਕੀ ਕਹਿੰਦਾ ਸੀ। ਗੁਰੂ ਕਹਿੰਦਾ ਸੀ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਨਾਲ ਕੀ ਹੋਊਗਾ? ਸੁਣਿਆ ਧਰਤ ਧਵਲਾ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨਾ ਸਕੈ ਕਾਲ। ਕਿੰਨਾ ਕੁਛ ਮਿਲ ਰਿਹਾ ਸੁਣਨ ਦੇ ਨਾਲ। ਅਤੇ ਤੂੰ ਵੀ ਸੁਣ ਰਿਹਾ, ਤੂੰ ਜਦੋਂ ਬੋਲ ਰਿਹਾ ਨਾ ਵਾਹਿਗੁਰੂ, ਅਤੇ ਸੁਣ ਰਿਹਾ ਨਾ ਨਾਲ, ਤੈਨੂੰ ਆਹ ਕੁਛ ਮਿਲਣਾ ਹੀ ਜਦੋਂ ਸੁਣੇਗਾ, ਬੋਲੇਗਾ ਅਤੇ ਸੁਣੇਗਾ। ਅਤੇ ਇਸ ਚੀਜ਼ ਨੇ ਅੰਦਰ ਤੁਹਾਨੂੰ ਬੰਨ੍ਹ ਲੈਣਾ।
ऐसा बन लेना कि कई दिन तुसी उठ नहीं पाना इस आनंद चों। इस करके बाणी ते वाहिगुरू सिमरन दा बहुत गूढ़ा संबंध आ, सदा ही जपना है। जे बाणी नहीं गा पा रहे तो सिमरन करना है, वेले नहीं बना। सो ये सी बेसिक। हुण थोड़ा जिहा सोशल साइट्स वाल आइए। ये जो रूल है ना गुरु दा कि हर बिनावर ना देखो कोई, हुण तुहाडे हत्थ 'च फोन आ, इनू फॉलो करना थोड़ा जिहा मुश्किल हो जाता कईयां लई। सोशल साइट्स के उपर किवें रहना, इसलिए अलग तो एक वीडियो भी बना देंगे, पर थोड़ा जिहा इस टॉपिक दे नाल ये रिलेट हो रहा है तो थोड़ी जी गल कर लेने इस बारे। कईयां दा कहना हुंदा कि वीर जी असी फोन तो खेड़ा नहीं छड़ा पा रहे। ठीक है, फोन साडे भी हत्थ 'च आ, कईयां दे हत्थ 'च आ, पर गल ये कि असी यूज़ किद्दां करना। हुण मान लो इंस्टाग्राम है एग्जाम्पल, इंस्टाग्राम तुसी कुछ भी करदे हो ना, उहदे तत्त च रहा करो। कोई भी काम करदे हो उहदा रीज़न लभ्या करो, अपने अंदरों खोजा करो मैं क्यों हाँ इंस्टाग्राम ते। जे मैं अपने मन नूं पुछूंगा कि मना तू क्यों आ इंस्टाग्राम ते अंदरों आवाज़ आऊगी संगत, मेरी संगत है उत्थे, मैनू उत्थों नाम वाल धक्का मिलता है। किवें मिलता है, फिर मैं अपनी प्रोफाइल खोलूँगा कि सचमुच इत्थे नाम का व्यापार हो रहा है कि नहीं हो रहा। फिर मैं देखूँगा हाँ हो रहा है, मेरी प्रोफाइल ते वाहिगुरू वाहिगुरू ही है, बाणी ही है, मैनू होर कुछ नहीं दिख रहा। जे मैं किसी नूं फॉलो किया है तो वो भी गुरमत च होगा। भाव मैं किसी नूं फॉलो किया उहदा की मतलब आ कि मैं अपने आप नूं अलाउ किया कि हाँ तू फलाने दा मटीरियल देख, है ना। फॉलो करन दा की मतलब आ कि मैं अपने आप नूं अलाउ कर रहा हाँ कि हाँ वो बंदा कुछ भी पावे, कोई भी पोस्ट पावे, तो मैं अपने आप नूं अलाउ कर रहा कि हाँ मैं देखा। ਇਹਦਾ मतलब ये है। ਤੇ सब तो पहला रूल इंस्टाग्राम वर्गी साइट्स ते रहन दा, अपना मकसद लोचिया करो। मैं खुद नूं पुछां कि मैं इंस्टाग्राम ते क्यों आ, तो मैनू संगत चाहिए है, मैं तां आ। फिर उत्थे होर कुछ नहीं करना, मकसद क्लीयर होना चाहिए। मकसद क्लीयर होगा तो सिवाय संगत तो तुहानूं उत्थे कुछ दिसना ही नहीं। तुसी फॉलो उन्होंने करो जिहड़ा गुरमत च आ, जिथों सीखण नूं मिल रहा कुछ। दूजी गल फिर एक बारी होर पुछूंगा क्यों आ इंस्टाग्राम ते, ताकि गुरु प्यारा नाल गलबात हो सके, है ना। फिर मैं सिर्फ इनबॉक्स खोलूँगा, मेरे कोल तां कई ऑप्शन दिते ने ऐप ने, है ना। सर्च ऑप्शन आ, फिर अगे तो अगे स्क्रोल करी जाओ, हज़ारां ही पोस्टां अननैसेसरी थिंग्स ਜਿਹੜੀਆਂ ਤੁਸੀਂ नहीं देखणियां। फिर हुंदा की आ देखो किवें गुरु दा हुक्म टुटदा। जदों दी गुरु साहब ने समझ दित्ती है ना, मैनूं लगदा कई साल ही हो गए। इंस्टाग्राम दा सिर्फ एक ऑप्शन खोलदी है ये हत्थ जिहड़े है ना, सिर्फ इनबॉक्स खोल दिया, होर कुछ नहीं। मन लो तुसी वो वाला ऑप्शन खोलिया जिथे इस कायनात दे भंडारे, किसी ने कुछ पाया, किसी ने कुछ पाया,
ਹਜ਼ਾਰਾਂ ਹੀ ਲੱਖਾਂ ਹੀ ਪੋਸਟਾਂ ਤੁਹਾਨੂੰ ਨਜ਼ਰ ਆ ਰਹੀਆਂ। ਤੁਸੀਂ ਸਕਰੋਲ ਕਰਦੇ ਜਾ ਰਹੇ ਤੁਹਾਨੂੰ ਪਤਾ ਹੀ ਨਹੀਂ ਅੱਗੇ ਕੀ ਹੋਣ ਵਾਲਾ ਹੈ ਨਾ। ਇਹਦਾ ਮਤਲਬ ਕੀ ਆ? ਤੁਸੀਂ ਜਦੋਂ ਸਕਰੋਲ ਕਰ ਰਹੇ ਹੋ ਦੇਖੀ ਜਾ ਰਹੇ ਹੋ ਅੱਗੇ ਤੋਂ ਅੱਗੇ, ਕੀ ਮਤਲਬ ਹੈ ਇਹਦਾ? ਇਹਦਾ ਮਤਲਬ ਇਹ ਆ ਕਿ ਜੋ ਦੇਖਣਾ ਆ ਉਹ ਕੰਟਰੋਲ ਤੁਹਾਡੇ ਕੋਲ ਨਹੀਂ ਰਿਹਾ। ਮੰਨ ਲਓ 2-3 ਪੋਸਟਾਂ ਤੁਹਾਡੇ ਅੱਗੇ ਆਈਆਂ ਜਿਹੜੀਆਂ ਗੁਰਮਤ 'ਚ ਨਹੀਂ ਨੇ, ਤੁਸੀਂ ਸਕਿਪ ਕਰਤੀਆਂ, ਪਰ ਦੇਖੀਆਂ ਵੀ ਗਈਆਂ ਨਾ। ਫਿਰ ਹੋਇਆ ਕਿ ਉਹ 2-3 ਪਲਾਂ ਦੀ ਸੰਗਤ ਨੇ, ਉਹ 2-3 ਪਲਾਂ ਦੀ ਮਾਇਆ ਨੇ ਤੁਹਾਡੇ ਅੰਦਰ ਮਾਇਆਵੀ ਰਸ ਪੈਦਾ ਕੀਤਾ। ਸਿਰਫ 2-3 ਸੈਕਿੰਡ ਦੀ ਸੰਗਤ ਨੇ ਉਹਨਾਂ ਦੀ, ਅਤੇ ਤੁਸੀਂ ਸਦਾ ਲਈ ਉਹਦੇ 'ਚ ਇਨਵੋਲਵਡ ਹੋ ਗਏ। ਉਹ ਤੁਹਾਨੂੰ ਚੰਗਾ ਲੱਗਣ ਲੱਗ ਗਿਆ। ਫਿਰ ਇਹ ਕਹਾਣੀ ਰੋਜ਼ ਦੀ ਬਣ ਗਈ, ਟਾਈਮ ਪਾਸ ਦੀ ਬਣ ਗਈ, ਅਤੇ ਗੁਰੂ ਦਾ ਹੁਕਮ ਟੁੱਟ ਗਿਆ। ਗੁਰੂ ਦਾ ਹੁਕਮ ਕੀ ਸੀ? ਹਰ ਬਿਨ ਅਵਰ ਨਾ ਦੇਖੋ ਕੋਈ। ਤੁਸੀਂ ਤਾਂ ਬਾਣੀ ਦੇਖਣੀ ਸੀ, ਤੁਸੀਂ ਤਾਂ ਸੰਗਤ ਕਰਨੀ ਸੀ, ਅਤੇ ਬਣ ਕੀ ਗਿਆ? ਹੋਇਆ ਕਿੱਦਾਂ? ਸਿਰਫ 2-3 ਪਲ ਦੀ ਸੰਗਤ ਤੋਂ। ਸੰਗਤ ਬਹੁਤ ਜ਼ਰੂਰੀ ਹੈ। ਇੱਕ ਤਾਂ ਸੰਗਤ ਹੁੰਦੀ ਪਿਆਰਿਓ, ਆਪਾਂ ਕਿਸੇ ਨਾਲ ਮਿਲੀਏ, ਵਰਤੀਏ, ਵਿਚਰੀਏ, ਅਗਲੇ ਦਾ ਜੋ ਜੀਵਨ ਜਾਂਚ ਆ, ਜੋ ਢੰਗ ਆ, ਉਹਨੂੰ ਆਪਣੇ ਆਪ ਇਹ ਰੂਹ ਜਿਹੜੀ ਆ ਉਹ ਓਬਜ਼ਰਵ ਕਰਨ ਲੱਗਦੀ ਆ, ਜਾਂ ਕਹਿ ਲਓ ਓਬਜ਼ਰਵ ਕਰਨ ਲੱਗਦੀ ਆ ਆਪਣੇ ਆਪ। ਉਹਦੀਆਂ ਆਦਤਾਂ, ਉਹਦਾ ਜੀਵਨ, ਉਹਦਾ ਰਹਿਣ ਸਹਿਣ ਸਾਡੇ 'ਚ, ਜਾਂ ਕਹਿ ਲਓ ਸਾਡੇ 'ਤੇ ਇਫੈਕਟ ਕਰਨ ਲੱਗਦਾ। ਉਹ ਇਫੈਕਟ ਚੰਗਾ ਵੀ ਹੋ ਸਕਦਾ, ਬੁਰਾ ਵੀ ਹੋ ਸਕਦਾ, ਡਿਪੈਂਡ ਕਰਦਾ ਕਿਸ ਦੀ ਸੰਗਤ 'ਚ। ਪਰ ਇੱਕ ਸੰਗਤ ਹੁੰਦੀ ਆ ਇਕਾਂਤ ਦੀ ਸੰਗਤ। ਇਹ ਗੱਲਾਂ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ। ਇਕਾਂਤ ਦੀ ਸੰਗਤ ਹੀ ਮੇਨ ਆ। ਅੱਜ ਤੱਕ ਸ਼ਾਇਦ ਹੀ ਮੈਨੂੰ ਲੱਗਦਾ ਕਿਸੇ ਨੇ ਇਸ ਬਾਰੇ ਗੱਲ ਕੀਤੀ ਹੋਵੇ, ਪਰ ਬਹੁਤ ਜ਼ਰੂਰੀ ਆ। ਕੁਛ ਗੱਲਾਂ ਮਨ ਮਾਰ ਕੇ ਵੀ ਕਹਿਣੀਆਂ ਪੈਂਦੀਆਂ, ਪਰ ਉਹ ਸੱਚ ਹੁੰਦੀਆਂ। ਸੱਚ 'ਤੇ ਪਹਿਰਾ ਦੇਣਾ ਬਹੁਤ ਔਖਾ। ਦਿਲ ਨਹੀਂ ਹੁੰਦਾ ਕਿ ਐਵੇਂ ਹੀ ਕਿਸੇ ਦੇ ਮਨ ਨੂੰ ਝੰਜੋੜ ਦਈਏ, ਪਰ ਸੱਚ ਕਹਿਣਾ ਪੈਂਦਾ। ਅਤੇ ਜੇ ਕਿਸੇ 'ਚ ਇੰਨੀ ਹਿੰਮਤ ਹੋਵੇ ਸੱਚ ਸੁਣਨ ਦੀ, ਫਿਰ ਉਹ ਐਕਸੈਪਟ ਕਰ ਲੈਂਦਾ। ਜਿਹਨੇ ਐਕਸੈਪਟ ਕਰ ਲਿਆ ਨਾ, ਉਹ ਆਪਣੇ ਔਗਣ ਵੀ ਭਜਾ ਸਕਦਾ। ਜਿਹਨੇ ਐਕਸੈਪਟ ਨਹੀਂ ਕੀਤਾ, ਉਹ ਸਵਾਏ ਵਿਆਕੁਲ ਹੋਣ ਤੋਂ ਹੋਰ ਕੁਛ ਨਹੀਂ ਰਹਿੰਦਾ ਉਹਦੇ ਪੱਲੇ। ਸੋ ਇਕਾਂਤ ਦੀ ਸੰਗਤ ਜੋ ਤੁਸੀਂ ਇਕਾਂਤ 'ਚ ਹੋ ਨਾ, ਤੁਸੀਂ ਅਸਲ 'ਚ ਉਹੀ ਹੋ। ਅਤੇ ਇਕਾਂਤ ਦੇ ਵਿੱਚ ਕਿੱਦਾਂ ਵਿਚਰਨਾ? ਇਕਾਂਤ ਦੇ ਵਿੱਚ ਤੁਹਾਡੀ ਸੰਗਤ ਪਤਾ ਕੀ ਆ? ਜਦੋਂ ਤੁਸੀਂ ਇਕੱਲੇ ਹੋ, ਉਦੋਂ ਤੁਹਾਡੀਆਂ ਅੱਖਾਂ ਤੁਹਾਡੀ ਸੰਗਤ ਆ, ਉਦੋਂ ਤੁਹਾਡੇ ਹੱਥ ਤੁਹਾਡੀ ਸੰਗਤ ਆ, ਉਦੋਂ ਤੁਹਾਡੇ ਕੰਨ, ਤੁਹਾਡੀ ਜ਼ੁਬਾਨ ਤੁਹਾਡੀ ਸੰਗਤ ਆ। ਇਕਾਂਤ ਦੇ ਵਿੱਚ ਤੁਸੀਂ ਵਿਕਾਰੀ ਵੀ ਬਣ ਸਕਦੇ ਹੋ, ਵੱਡੇ ਤੋਂ ਵੱਡੇ ਵਿਕਾਰੀ, ਵੱਡੇ ਤੋਂ ਵੱਡੇ ਵਾਸ਼ਨਾ ਵਾਲੇ ਬਣ ਸਕਦੇ ਹੋ। ਅਤੇ ਇਕਾਂਤ ਦੇ ਵਿੱਚ ਤੁਸੀਂ ਵਾਹਿਗੁਰੂ ਦੇ ਨਾਲ ਹੋਰ ਨਾਮ ਦੇ ਵਿੱਚ ਜੁੜ ਸਕਦੇ ਹੋ। ਦੋਨੋਂ ਕਾਰਜ ਹੋ ਸਕਦੇ, ਡਿਪੈਂਡ ਕਰਦਾ ਸੰਗਤ 'ਤੇ। ਇਕਾਂਤ ਦੀ ਸੰਗਤ ਤੁਹਾਡੀ ਕਿਹੋ ਜਿਹੀ ਆ? ਜੇ ਇਕਾਂਤ ਦੀ ਸੰਗਤ ਕੂੜ ਦੇਖ ਰਹੀ ਆ, ਜੋ ਨਹੀਂ ਦੇਖਣਾ ਚਾਹੀਦਾ ਉਹ ਦੇਖ ਰਹੀ ਹੈ, ਕਿਸੇ ਦੀ ਨਿੰਦਿਆ ਦੇਖ ਰਹੀ ਆ, ਕੋਈ ਕਿਸੇ ਨੂੰ ਗਾਲਾਂ ਕੱਢਦਾ ਆ, ਕਿਸੇ ਦੀ ਲਾਈਫ 'ਚ ਕੁਛ ਹੋ ਰਿਹਾ ਆ,
ਉਹ ਤੁਸੀਂ ਦੇਖੀ ਜਾ ਰਹੇ ਹੋ ਕੀ ਹੋ ਰਿਹਾ। ਇਸ ਇਕਾਂਤ ਦੀ ਸੰਗਤ ਦੇ ਵਿੱਚ ਤੁਸੀਂ ਕੂੜ ਇਕੱਠਾ ਕਰ ਰਹੇ ਹੋ, ਅਤੇ ਦੂਜੇ ਪਾਸੇ ਮੰਨ ਲਓ ਤੁਸੀਂ ਇਕਾਂਤ 'ਚ ਹੋ, ਕੋਈ ਆਸ-ਪਾਸ ਨਹੀਂ ਹੈ, ਤੁਹਾਡੀਆਂ ਅੱਖਾਂ ਨਾਮ ਦੇਖ ਰਹੀਆਂ ਨੇ, ਬਾਣੀ ਦੇਖ ਰਹੀਆਂ ਨੇ, ਕੰਨ ਕੀਰਤਨ ਸੁਣ ਰਹੇ ਨੇ, ਜ਼ੁਬਾਨ ਜਪ ਰਹੀ ਆ। ਉਹਦਾ ਅਸਰ ਬਹੁਤ ਡੂੰਘਾ ਹੁੰਦਾ, ਬਹੁਤ ਡੂੰਘਾ। ਅਕਸਰ ਸਾਨੂੰ ਇਹੀ ਸਮਝਾਇਆ ਜਾਂਦਾ ਰਿਹਾ ਕਿ ਸੰਗਤ ਦੇ ਵਿੱਚ ਬੈਠ ਕੇ ਜਪੀਏ ਤਾਂ ਦੁੱਗਣਾ ਫਲ ਮਿਲਦਾ। ਪਰ ਪਿਆਰਿਓ, ਇਹ ਜਿਹੜੀ ਇਕਾਂਤ ਦੀ ਸੰਗਤ ਹੈ ਨਾ, ਇਹ ਤੁਹਾਡੀ ਜੜ ਆ। ਜੇ ਇਹ ਤੁਹਾਡੇ ਕੋਲ ਆ ਨਾ, ਫਿਰ ਘਰ ਬੈਠੇ ਗੁਰੂ ਧਿਆਈ ਹੈ। ਫਿਰ ਤੁਸੀਂ ਕਿਤੇ ਵੀ ਹੋ, ਗੁਰਦੁਆਰੇ 'ਚ ਹੋ, ਘਰ ਹੋ, ਬਾਹਰ ਹੋ, ਤੁਸੀਂ ਹਮੇਸ਼ਾ ਸੰਗਤ 'ਚ ਰਹਿਣਾ ਸ਼ੁਰੂ ਕਰ ਦਿੰਦੇ ਹੋ। ਉਮੀਦ ਆ ਕਿ ਕੁਛ ਗੁੰਝਲਾਂ ਖੁੱਲ੍ਹੀਆਂ ਹੋਣਗੀਆਂ। ਉਮੀਦ ਆ ਫਿਰ ਤੋਂ ਬਾਣੀ ਦੇ ਪ੍ਰਵਾਹ ਸ਼ੁਰੂ ਹੋਣਗੇ ਜਿਨ੍ਹਾਂ ਦੇ ਰੁਕੇ ਆ। ਫਿਰ ਤੋਂ ਇਹ ਰੂਹ ਨਾਮ 'ਚ ਖੇਡੂਗੀ। ਗੁਰੂ ਸਾਹਿਬ ਮੇਰਾ ਰੱਖਣ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।